ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਇ ਦੀ 15 ਆਇਤ ਤੋਂ ਲੈ ਕੇ 28 ਆਇਤ ਦੇ ਵਚਨਾਂ ਤੱਕ ਦਾ ਅਧਿਐਨ ਕਰਦੇ ਪਏ ਸੀ। ਇਸ ਅਧਿਐਨ ਦੇ ਵਿੱਚ ਅਸੀਂ ਦਾਨੀਏਲ ਨਬੀ ਦੇ ਸੁਪਨੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਅਲੱਗ-ਅਲੱਗ ਪਸ਼ੂਆਂ ਦੀ ਵਿਆਖਿਆ ਵੇਖੀ। ਅਸੀਂ ਮਸੀਹ ਵਿਰੋਧੀ ਦੇ ਬਾਰੇ ਜਾਣ ਰਹੇ ਸੀ। ਅਸੀਂ ਉਹਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣ ਰਹੇ ਸੀ। ਅਸੀਂ ਜਾਣਿਆ ਕਿ ਮਸੀਹ ਵਿਰੋਧ ਨੂੰ ਅਸੀਂ ਕਿਵੇਂ ਪਛਾਣ ਸਕਦੇ ਹਾਂ। ਅਸੀਂ ਜਾਣਿਆ ਕਿ ਮਸੀਹ ਵਿਰੋਧੀ ਕਲਾ ਕੌਸ਼ਲ ਦੇ ਵਿੱਚ ਨਿਪੁੰਨ ਆਗੂ ਹੋਏਗਾ। ਅਜਿਹਾ ਵਿਅਕਤੀ ਭਾਸ਼ਣ ਕਲਾ ਵਿੱਚ ਮਾਹਿਰ ਹੈ। ਉਹ ਵੱਡੀਆਂ ਗੱਲਾਂ ਬੋਲਦਾ ਹੈ। ਅਸੀਂ ਜਾਣਿਆ ਕਿ ਉਹ ਅਹੰਕਾਰ ਦੀਆਂ ਗੱਲਾਂ ਬੋਲਦਾ ਹੈ। ਅਸੀਂ ਇਹ ਵੀ ਜਾਣਿਆ ਕਿ ਉਹ ਅਤ ਮਹਾਨ ਪਰਮੇਸ਼ਵਰ ਦੇ ਖਿਲਾਫ ਅਹੰਕਾਰ ਦੀਆਂ ਗੱਲਾਂ ਬੋਲਦਾ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਪੂਰਾ ਕਰਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਇ ਦੀ 15 ਆਇਤ ਤੋਂ ਲੈ ਕੇ 28 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਅੱਜ ਅਸੀਂ ਮਸੀਹ ਵਿਰੋਧੀ ਦੀ ਕੁਝ ਹੋਰ ਗੱਲਾਂ ਨੂੰ ਵੇਖਾਂਗੇ। ਸੋ ਦੋਸਤੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ, ਤੁਹਾਨੂੰ ਜ਼ਰੂਰ ਆਸ਼ੀਸ਼ ਮਿਲੇਗੀ। ਤਾਂ ਫਿਰ ਆਓ ਬਿਨਾਂ ਦੇਰ ਕੀਤੇ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਇਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ। ਤੇਰਾ ਈਮਾਨ, ਤੇਰਾ ਈਮਾਨ, ਤੇਰਾ ਈਮਾਨ
ਨੰਬਰ 2, ਮਸੀਹ ਵਿਰੋਧੀ ਇੱਕ ਚਾਲਕ ਆਗੂ ਹੋਵੇਗਾ। ਦੂਸਰੀ ਚੀਜ਼ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦੇਵੋ ਕਿ ਉਹ ਸਿਰਫ ਆਪਣੀ ਕਲਾ ਕੌਸ਼ਲ ਵਿੱਚ ਹੀ ਮਾਹਿਰ ਨਹੀਂ ਹੋਵੇਗਾ, ਬਲਕਿ ਉਹ ਇੱਕ ਚਾਲਕ ਆਗੂ ਵੀ ਹੋਵੇਗਾ। ਇਹ ਮਨੁੱਖ ਪੂਰੇ ਇਤਿਹਾਸ ਵਿੱਚ ਰਾਜਨੀਤੀ ਵਿੱਚ ਮਾਹਿਰ ਹੋਵੇਗਾ, ਮਹਾਨ ਰਾਜਨੀਤਿਕ ਜੋ ਅੱਜ ਤੱਕ ਪੈਦਾ ਨਹੀਂ ਹੋਈ। ਐਤ 20 ਦੱਸਦੀ ਹੈ ਜਿਹਦੀਆਂ ਅੱਖਾਂ ਸਨ। ਇਹ ਗੱਲ ਉਸ ਦੀ ਦਿਮਾਗੀ ਕਾਬਲੀਅਤ ਅਤੇ ਉਸ ਦੀ ਚਤੁਰਤਾ ਨੂੰ ਦਰਸਾਉਂਦੀ ਹੈ। ਉਹ ਆਪਣੀ ਚਲਾਕੀ ਅਤੇ ਬੁੱਧੀ ਨਾਲ ਜਗਤ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਵੇਗਾ। ਇਸ ਬਾਰੇ ਐਤ 8 ਵਿੱਚ ਵਿਵਰਣ ਹੈ। ਐਤ 8 ਦੱਸਦੀ ਹੈ ਉਹ ਉਸ ਵੇਲੇ ਉੱਠ ਖੜਾ ਹੋਵੇਗਾ ਜਦ 10 ਰਾਜ ਮੰਡਲ ਹੋਣਗੇ ਅਤੇ ਉਹ 3 ਦੂਜੇ ਰਾਜਿਆਂ ਨੂੰ ਆਪਣੇ ਵੱਸ ਵਿੱਚ ਕਰ ਲਵੇਗਾ। ਐਤ 8 ਸਪਸ਼ਟ ਰੂਪ ਵਿੱਚ ਇਸ ਗੱਲ ਦਾ ਬਿਆਨ ਕਰਦੀ ਹੈ। ਇਹ ਦੱਸਦੀ ਹੈ, ਮੈਂ ਉਹਨਾਂ ਸਿੰਘਾਂ ਨੂੰ ਧਿਆਨ ਲਾ ਕੇ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਘ ਨਿਕਲਿਆ, ਜਿਹਦੇ ਅੱਗੇ ਪਹਿਲਿਆਂ ਵਿੱਚੋਂ 3 ਸਿੰਘ ਮੁੱਢੋਂ ਪੁੱਟੇ ਗਏ। ਇੱਥੇ ਦੱਸਿਆ ਜਾ ਰਿਹਾ ਹੈ ਕਿ 3 ਹੋਰ ਵੀ ਸ਼ਕਤੀਆਂ ਲਪੇਟ ਵਿੱਚ ਲਈਆਂ ਗਈਆਂ ਅਤੇ ਸ਼ਾਸਤਰ ਦੱਸਦਾ ਹੈ ਕਿ ਉਸਨੇ ਉਹਨਾਂ ਨੂੰ ਮੁੱਢੋਂ ਪੁੱਟ ਦਿੱਤਾ। ਇਹ ਇੱਕ ਵੱਡੇ ਪਰਿਵਰਤਨ ਨੂੰ ਦਰਸਾਉਂਦਾ ਹੈ, ਪਰ ਇੱਥੇ ਹੀ ਅੰਤ ਨਹੀਂ ਹੁੰਦਾ। ਮੁੱਢੋਂ ਪੁੱਟ ਦੇਣਾ ਅਰਥ ਹੈ ਨਿਚੋੜ ਦੇਣਾ ਅਤੇ ਕਪਟ ਨਾਲ ਆਪਣੇ ਵਿੱਚ ਮਿਲਾ ਲੈਣਾ। ਇਸ ਤਰ੍ਹਾਂ ਚਲਾਕੀ ਅਤੇ ਰਾਜਨੀਤੀ ਨਾਲ 3 ਰਾਜਿਆਂ ਨੂੰ ਆਪਣੇ ਨਾਲ ਮਿਲਾ ਲਵੇਗਾ। ਉਹ ਆਪਣੀ ਚਾਪਲੂਸੀ ਨਾਲ ਵਾਅਦਾ ਕਰੇਗਾ ਤਾਂ ਕਿ ਹਰੇਕ ਨੂੰ ਪ੍ਰਭਾਵਿਤ ਕਰ ਸਕੇ। ਉਹ ਇਸ ਯੋਗ ਹੋਵੇਗਾ ਕਿ ਲੋਕਾਂ ਨਾਲ ਹਰੇਕ ਚੀਜ਼ ਦੇ ਬਾਰੇ ਗੱਲਬਾਤ ਕਰ ਸਕੇ। ਮੈਨੂੰ ਸ਼ਾਸਤਰ ਦੀ ਕਿਤਾਬ ਜ਼ਬੂਰਾਂ ਦੀ ਪੋਥੀ ਵਿੱਚ ਲਿਖੀ ਹੋਈ ਗੱਲ ਯਾਦ ਆ ਗਈ ਹੈ, ਜੋ ਦੱਸਦੀ ਹੈ ਪਰਮੇਸ਼ਰ ਚਾਪਲੂਸੀ ਵਾਲੇ ਬੁੱਲਾਂ ਨਾਲ ਨਫ਼ਰਤ ਕਰਦਾ ਹੈ। ਉਹ ਉਹਨਾਂ ਉੱਤੇ ਅਧਿਕਾਰ ਕਰੇਗਾ ਅਤੇ ਉਹਨਾਂ ਨੂੰ ਹਟਾ ਸੁੱਟੇਗਾ। ਉਹ ਇੱਕ ਚਲਾਕ ਅਗੂਆ ਚਾਪਲੂਸ ਰਾਜਨੀਤਿਕ ਹੈ। ਮਸੀਹ ਵਿਰੋਧੀ ਨੰਬਰ 3, ਮਸੀਹ ਵਿਰੋਧੀ ਧਾਰਮਿਕ ਪੂਜਾ ਵਿਧੀ ਦਾ ਆਗੂ ਹੋਵੇਗਾ। ਤੀਸਰੀ ਚੀਜ਼ ਜੋ ਮੈਂ 7ਵੇਂ ਅਧਿਆਇ ਵਿੱਚ ਉਸ ਦੇ ਬਾਰੇ ਵੇਖੀ ਉਹ ਇਹ ਹੈ ਕਿ ਉਹ ਸਿਰਫ ਕਲਾ ਕੌਸ਼ਲ ਨਿਪੁੰਨ ਅਤੇ ਚਲਾਕ ਅਗੂਆ ਹੀ ਨਹੀਂ, ਪਰ ਉਹ ਇੱਕ ਧਾਰਮਿਕ ਅਗੂਆ ਵੀ ਹੈ। ਉਹ ਧਾਰਮਿਕ ਹੈ। ਉਹ ਸਿਰਫ ਰਾਜਨੀਤਿਕ ਵਿੱਚ ਹੀ ਨਹੀਂ, ਉਹ ਜਗਤ ਦੇ ਧਰਮ ਵਿੱਚ ਵੀ ਹੈ। ਉਹ ਇੱਕ ਮਹਾਨ ਧਾਰਮਿਕ ਅਗੂਆ ਹੈ। ਐਤ 25 ਵਿੱਚ ਉਸ ਦੇ ਬਾਰੇ ਦੱਸਦੀ ਹੈ। ਉਹ ਅਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅਤ ਮਹਾਨ ਸੰਤਾਂ ਨੂੰ ਦੁੱਖ ਦੇਵੇਗਾ ਔਰ ਚਾਹੇਗਾ ਕਿ ਮੁਕਰਰ ਸਮਿਆਂ ਅਤੇ ਭਵਿਸ਼ਤਾ ਨੂੰ ਬਦਲ ਦੇਵੇ ਅਤੇ ਉਹ ਇਹਦੇ ਹੱਥ ਵਿੱਚ ਦਿੱਤੇ ਜਾਣਗੇ। ਬਾਈਬਲ ਦੱਸਦੀ ਹੈ ਕਿ ਉਹ ਖੜਾ ਹੋ ਕੇ ਅਤ ਮਹਾਨ ਦੇ ਵਿਰੁੱਧ ਪ੍ਰਭਾਵਸ਼ਾਲੀ ਡੇਰੇ ਨਾਲ ਭਾਸ਼ਣ ਦੇਵੇਗਾ। ਇਸ ਬਾਰੇ ਪਾਲੂਸ ਸਾਡੀ ਸਮਝ ਨੂੰ ਹੋਰ ਵਧਾਉਂਦਾ ਹੈ ਅਤੇ ਉਹ ਦੂਸਰਾ ਤਸਲੋਨੀਕੀਆਂ 2:4 ਵਿੱਚ ਉਸ ਦੇ ਬਾਰੇ ਦੱਸਦਾ ਹੈ ਜੋ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਹੈ ਜਾਂ ਪੂਜਿਆ ਜਾਂਦਾ ਹੈ ਆਪਣੇ ਆਪ ਨੂੰ ਉੱਚਾ ਕਰਦਾ ਹੈ, ਇੱਥੋਂ ਤੱਕ ਕਿ ਜੋ ਪਰਮੇਸ਼ਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ਰ ਕਰਕੇ ਵਿਖਾਉਂਦਾ ਹੈ। ਉਹ ਕੀ ਕਰਨ ਦਾ ਯਤਨ ਕਰ ਰਿਹਾ ਹੈ? ਉਹ ਖੁਦ ਪਰਮੇਸ਼ਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੇ ਆਪ ਨੂੰ ਪਰਮੇਸ਼ਰ ਦੀ ਜਗ੍ਹਾ ਤੇ ਰੱਖਣਾ ਚਾਹੁੰਦਾ ਹੈ। ਜਰਾ ਇਸ ਬਾਰੇ ਸੋਚੋ। ਪਰਮੇਸ਼ਰ ਦੀ ਰਚਨਾ ਪਰਮੇਸ਼ਰ ਦੀ ਵਿਰੋਧਤਾ ਵਿੱਚ ਬੋਲ ਰਹੀ ਹੈ। ਉਹ ਮਨੁੱਖਾਂ ਨੂੰ ਆਪਣੇ ਅੱਗੇ ਝੁਕਣ ਲਈ ਆਖਣ ਜਾ ਰਿਹਾ ਹੈ ਤਾਂ ਕਿ ਉਹ ਉਸ ਦੀ ਭਗਤੀ ਕਰਨ। ਪ੍ਰਕਾਸ਼ ਦੀ ਪੋਥੀ 13 ਅਧਿਆਇ 8 ਵਚਨ ਦੱਸਦਾ ਹੈ ਕਿ ਸਾਰਾ ਜਗਤ ਉਸ ਦੀ ਭਗਤੀ ਕਰੇਗਾ ਅਤੇ ਧਰਤੀ ਦੇ ਵਾਸੀ ਸਭੇ ਉਹਨੂੰ ਮੱਥਾ ਟੇਕਣਗੇ। ਉਹ ਧਾਰਮਿਕ ਅਗੂਆ ਬਣ ਜਾ ਰਿਹਾ ਹੈ। ਐਤ 25 ਅੱਗੇ ਦੱਸਦੀ ਹੈ ਕਿ ਉਹ ਆਪਣੀ ਧਾਰਮਿਕ ਪ੍ਰਧਾਨਤਾ ਦੇ ਨਾਲ ਉਹ ਨੈਤਿਕ ਅਤੇ ਪ੍ਰੈਕਟਿਕ ਜੋ ਜਗਤ ਦੇ ਨਿਯਮ ਹਨ ਉਹਨਾਂ ਵਿੱਚ ਬਦਲਾਅ ਕਰਨ ਦਾ ਯਤਨ ਕਰੇਗਾ। ਉਹ ਸਮੇਂ ਵਿੱਚ ਬਦਲਾਅ ਕਰੇਗਾ। ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਉਹ ਕੈਲੰਡਰ ਵਿੱਚ ਛੇੜਛਾੜ ਕਰੇਗਾ। ਉਹ ਧਾਰਮਿਕ ਤਿਉਹਾਰ ਬਦਲ ਦੇਵੇਗਾ। ਕੁਝ ਲੋਕ ਸੋਚਦੇ ਹਨ ਕਿ ਉਹ ਹਫ਼ਤੇ ਦੇ 7 ਦਿਨਾਂ ਨੂੰ ਬਦਲ ਦੇਵੇਗਾ ਜੋ ਪਰਮੇਸ਼ਰ ਦੁਆਰਾ ਬਣਾਏ ਗਏ ਸਨ। ਉਹ 7 ਦਿਨ ਦੇ ਹਫ਼ਤੇ ਨੂੰ 10 ਦਿਨਾਂ ਵਿੱਚ ਬਦਲ ਦੇਵੇਗਾ, ਜਿਸ ਤਰ੍ਹਾਂ ਕਿ ਫਾਰਸ ਦੀ ਕ੍ਰਾਂਤੀ ਵਿੱਚ ਕੀਤਾ ਗਿਆ ਸੀ। ਉਹ ਯਤਨ ਕਰਦਾ ਹੈ ਕਿ ਕੈਲੰਡਰ ਬਦਲ ਦੇਵੇ, ਧਾਰਮਿਕ ਤਿਉਹਾਰ ਖਤਮ ਕਰ ਦੇਵੇ ਅਤੇ ਯਹੂਦੀਆਂ ਦੀ ਭਗਤੀ ਦੇ ਅਵਸਰ ਨੂੰ ਖਤਮ ਕਰ ਦੇਵੇ। ਉਹ ਇਹਨਾਂ ਸਭ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਜਿਸ ਤਰ੍ਹਾਂ ਕਿ ਅੱਜ ਧਾਰਮਿਕ ਨੇਤਾ ਕਰ ਰਹੇ ਹਨ। ਅਸਲ ਵਿੱਚ ਉਹ ਪਰਮੇਸ਼ਰ ਨੂੰ ਤਸਵੀਰਾਂ ਵਿੱਚੋਂ ਹਟਾ ਕੇ ਆਪਣੇ ਧਰਮ ਬਣਾਉਣਾ ਚਾਹੁੰਦੇ ਹਨ। ਉਹ ਆਪਣੀ ਨੈਤਿਕਤਾ ਪੈਦਾ ਕਰਨਾ ਚਾਹੁੰਦਾ ਹੈ। ਉਹ ਆਖਦਾ ਹੈ ਤੁਹਾਨੂੰ ਪਰਮੇਸ਼ਰ ਦੀ ਨੈਤਿਕਤਾ ਦੀ ਕੋਈ ਲੋੜ ਨਹੀਂ ਹੈ। ਉਹ ਨਵੇਂ ਨੇਮ ਨੂੰ ਵੀ ਲਾਗੂ ਕਰਦਾ ਹੈ। ਇਸ ਤਰ੍ਹਾਂ ਅਸੀਂ ਜਾਣਦੇ ਹਾਂ ਉਹ ਕੇਵਲ ਸਮੇਂ ਅਤੇ ਨਿਯਮ ਅਤੇ ਕਾਲ ਹੀ ਨਹੀਂ ਬਦਲੇਗਾ, ਪਰ ਇਸ ਯੋਗ ਹੋਵੇਗਾ ਕਿ ਹੋਰ ਵੀ ਕਈ ਵੱਡੀਆਂ ਚੀਜ਼ਾਂ ਵਿੱਚ ਬਦਲਾਅ ਕਰ ਦੇਵੇ। ਤੁਸੀਂ ਮੈਨੂੰ ਪੁੱਛ ਸਕਦੇ ਹੋ, ਪਾਸਟਰ ਜਰਮੀਆ, ਕਿਸ ਤਰ੍ਹਾਂ ਇਹ ਮਨੁੱਖ ਐਡੀ ਵੱਡੀ ਦੁਨੀਆ ਨੂੰ
ਆਪਣੇ ਪਿੱਛੇ ਲਗਾ ਸਕਦਾ ਹੈ ਕਿ ਉਹ ਸਾਰੇ ਜਗਤ ਤੇ ਰਾਜ ਕਰੇ। ਠੀਕ ਹੈ, ਪਰ ਸ਼ਾਸਤਰ ਸਾਨੂੰ ਫਿਰ ਦੂਸਰਾ ਤਸਲੀਕਿਆ ਵਿੱਚ ਦੱਸਦਾ ਹੈ, ਸ਼ੈਤਾਨੀ ਸ਼ਕਤੀਆਂ ਵਿੱਚ ਤਿਆਰ ਹੋ ਕੇ ਵੱਡੇ ਚਮਤਕਾਰ ਕਰੇ ਅਤੇ ਵੱਡਾ ਝੂਠ ਬੋਲੇ ਅਤੇ ਵੱਡੇ ਚਿੰਨ੍ਹ ਅਤੇ ਚਮਤਕਾਰ ਵਿਖਾਏ। ਉਹ ਚੰਗਿਆਈ ਵੀ ਦੇਵੇਗਾ, ਉਹ ਮੁਰਦਿਆਂ ਨੂੰ ਕਬਰ ਵਿੱਚੋਂ ਕੱਢ ਵਿਖਾਵੇਗਾ। ਮੈਂ ਵਿਸ਼ਵਾਸ ਕਰਦਾ ਹਾਂ ਉਹ ਜਗਤ ਵਿੱਚ ਐਸੀਆਂ ਚੀਜ਼ਾਂ ਕਰ ਦਿਖਾਵੇਗਾ ਜੋ ਲੋਕਾਂ ਨੇ ਯਿਸੂ ਦੇ ਜਾਣ ਤੋਂ ਬਾਅਦ ਧਰਤੀ ਉੱਤੇ ਨਹੀਂ ਵੇਖੀਆਂ। ਤੁਸੀਂ ਜਾਣਦੇ ਹੋ, ਜਿਵੇਂ ਤੁਸੀਂ ਸੰਸਾਰ ਵਿੱਚ ਵੇਖਦੇ ਹੋ ਕਿ ਕਿਵੇਂ ਲੋਕ ਅੱਜ ਚੰਗਿਆਈ ਦੇ ਚਮਤਕਾਰ ਨੂੰ ਵੇਖਣ ਦੇ ਚਾਹਵਾਨ ਹੁੰਦੇ ਹਨ ਅਤੇ ਭੀੜਾਂ ਦੀਆਂ ਭੀੜਾਂ ਲੱਗ ਜਾਂਦੀਆਂ ਹਨ। ਉਹ ਇੱਕ ਧਾਰਮਿਕ ਅਗੂਆ ਬਣ ਜਾ ਰਿਹਾ ਹੈ। ਨੰਬਰ 4, ਮਸੀਹ ਵਿਰੋਧੀ ਇੱਕ ਜ਼ਾਲਮ ਆਗੂ ਹੋਵੇਗਾ। ਚੌਥੀ ਚੀਜ਼ ਜੋ ਮੈਂ ਮਸੀਹ ਵਿਰੋਧੀ ਦੇ ਬਾਰੇ ਦਾਨੀਏਲ ਅਧਿਆਇ 7 ਵਿੱਚ ਪੜ੍ਹੀ, ਉਹ ਕੇਵਲ ਇਹ ਨਹੀਂ ਹੈ ਕਿ ਉਹ ਮਹਾਂ ਕੌਸ਼ਲ ਨਿਪੁੰਨ ਅਗੂਆ, ਚਲਾਕ ਅਗੂਆ, ਮਹਾਨ ਧਾਰਮਿਕ ਅਗੂਆ, ਪਰ ਉਹ ਇੱਕ ਨਿਰਦਈ ਅਤੇ ਜ਼ਾਲਮ ਅਗੂਆ ਵੀ ਹੈ। ਹੁਣ ਤੁਸੀਂ ਜਰਾ ਮੇਰੇ ਨਾਲ ਐਤ 23 ਵਿੱਚ ਵੇਖੋ, ਜੋ ਦੱਸਦੀ ਹੈ ਉਸ ਰਾਤ ਦੇ ਅੰਤ ਸਮੇਂ ਵਿੱਚ ਉਹ ਸਾਰੀ ਪ੍ਰਿਥਵੀ ਨੂੰ ਨਿਗਲ ਜਾਵੇਗਾ ਅਤੇ ਉਹ ਉਹਨਾਂ ਨੂੰ ਲਤਾੜੇਗਾ ਅਤੇ ਉਹਨਾਂ ਨੂੰ ਟੋਟੇ-ਟੋਟੇ ਕਰੇਗਾ। ਐਤ 25 ਦੱਸਦੀ ਹੈ ਕਿ ਉਹ ਅਤ ਮਹਾਨ ਦੇ ਸੰਤਾਂ ਨੂੰ ਦੁੱਖ ਦੇਵੇਗਾ। ਉਹ ਸੰਤਾਂ ਨੂੰ ਦੁੱਖ ਦੇਵੇਗਾ ਅਤੇ ਉਹਨਾਂ ਨੂੰ ਪਾੜ ਸੁੱਟੇਗਾ। ਹੁਣ ਤੁਸੀਂ ਆਖ ਸਕਦੇ ਹੋ, ਸੰਤ ਉਸ ਕਲੇਸ਼ ਵਿੱਚ ਕੀ ਕਰ ਰਹੇ ਹੋਣਗੇ? ਜਦ ਵੀ ਮੈਂ ਲੋਕਾਂ ਨੂੰ ਕਲੇਸ਼ ਦੇ ਬਾਰੇ ਇਹ ਗੱਲਬਾਤ ਕਰਦੇ ਸੁਣਦਾ ਕਿ ਕਲੀਸਿਆ ਇਸ ਵਿੱਚੋਂ ਗੁਜ਼ਰਨ ਜਾ ਰਹੀ ਹੈ, ਤਾਂ ਹਮੇਸ਼ਾ ਮੈਂ ਇੱਕ ਚੀਜ਼ ਤੇ ਗੌਰ ਕੀਤਾ ਹੈ ਕਿ ਉਹ ਇਹ ਹੈ ਕਿ ਉਹ ਸੋਚਦੇ ਹਨ ਕਿ ਜਿਸ ਕਲੇਸ਼ ਵਿੱਚ ਅੱਜ ਗੁਜ਼ਰ ਰਹੇ ਹਨ, ਉਸ ਤੋਂ ਵੱਡਾ ਦੁੱਖ ਉਹਨਾਂ ਉੱਤੇ ਆਣ ਪਵੇਗਾ। ਇਹਨਾਂ ਗੱਲਾਂ ਦੇ ਬਾਰੇ ਮੇਰਾ ਇਹ ਮਤਲਬ ਹੈ, ਜੇ ਅਸੀਂ ਹੁਣ ਸਹਿ ਰਹੇ ਹਾਂ ਤਾਂ ਅਸੀਂ ਇਸ ਤੋਂ ਜ਼ਿਆਦਾ ਵੀ ਹੁਣ ਸਹਿ ਸਕਦੇ ਹਾਂ। ਮੇਰੇ ਦੋਸਤੋ, ਮੈਂ ਕੁਝ ਦੱਸਣਾ ਚਾਹੁੰਦਾ ਹਾਂ। ਕਲੇਸ਼ ਵਿੱਚ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਦੁੱਖ ਤੁਸੀਂ ਕਦੇ ਸੁਪਨੇ ਵਿੱਚ ਵੀ ਇਸ ਦੇ ਬਾਰੇ ਨਹੀਂ ਸੋਚ ਸਕਦੇ। 666 ਇੱਕ ਖਤਰੇ ਦਾ ਲੱਛਣ ਹੈ। ਮੇਰੇ ਦੋਸਤੋ, ਬਾਈਬਲ ਦੱਸਦੀ ਹੈ ਪਰਮੇਸ਼ਰ ਨੇ ਸਾਨੂੰ ਆਉਣ ਵਾਲੇ ਇਸ ਕ੍ਰੋਧ ਤੋਂ ਬਚਾ ਲਿਆ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਦਾ ਅਰਥ ਹੈ ਆਉਣ ਵਾਲੇ ਕਲੇਸ਼ ਤੋਂ ਕ੍ਰੋਧ ਦੇ ਸਮੇਂ ਵਿੱਚ ਅਸੀਂ ਬਚਾਏ ਲੈ ਜਾਵਾਂਗੇ। ਕਲੇਸ਼ ਦਾ ਸਮਾਂ ਇਸ ਧਰਤੀ ਉੱਤੇ ਨਰਕ ਦੀ ਅੱਗ ਤੋਂ ਘੱਟ ਨਾ ਹੋਵੇਗਾ। ਅਸੀਂ ਉਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਲੈ ਰਹੇ ਹਾਂ ਕਿ ਉਸ ਸਮੇਂ ਮਸੀਹ ਵਿਰੋਧੀ ਕੀ ਕਰ ਰਿਹਾ ਹੋਵੇਗਾ। ਸ਼ਾਸਤਰ ਦੱਸਦਾ ਹੈ ਉਹ ਸੰਤਾਂ ਨੂੰ ਦੁੱਖ ਦੇ ਰਿਹਾ ਹੋਵੇਗਾ। ਮੈਂ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਉਹ ਉਸ ਕਲੇਸ਼ ਵਿੱਚ ਉਹਨਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਵੇਗਾ ਜੋ ਉਸ ਦੌਰਾਨ ਬਚਾਏ ਜਾਣਗੇ ਅਤੇ ਉਹ ਫੈਸਲਾ ਕਰ ਲਵੇਗਾ ਕਿ ਉਹਨਾਂ ਦਾ ਨਾਸ਼ ਕਰ ਦੇਵੇ। ਵਿਸ਼ਵਾਸੀਆਂ ਦਾ ਜੀਵਨ ਮੁਸ਼ਕਿਲ ਵਿੱਚ ਪੈ ਜਾਵੇਗਾ। ਇਹ ਹਾਲਾਤ ਹੋਰ ਵੀ ਬੁਰੇ ਹੋ ਜਾਣਗੇ ਜਦ ਮਸੀਹ ਵਿਰੋਧੀ ਕਲੇਸ਼ ਦੇ ਅੱਧੇ ਸਮੇਂ ਦੇ ਬਾਅਦ ਆਪਣੀ ਪੂਰੀ ਤਾਕਤ ਵਿੱਚ ਆ ਜਾਵੇਗਾ। ਉਹ ਬਿਨਾਂ ਦਇਆ ਕੀਤੇ ਉਹਨਾਂ ਨੂੰ ਤੰਗ ਕਰੇਗਾ ਅਤੇ ਦੁੱਖ ਦੇਵੇਗਾ। ਕਈ ਆਪਣੇ ਵਿਸ਼ਵਾਸ ਦੇ ਕਾਰਨ ਸ਼ਹੀਦ ਹੋ ਜਾਣਗੇ। ਆਖਰੀ 3.5 ਸਾਲ ਵਿੱਚ ਦੁੱਖ ਇੰਨਾ ਵੱਧ ਜਾਵੇਗਾ ਕਿ ਸੰਤ ਆਪਣੇ ਕੱਪੜੇ ਪਾੜ ਕੇ ਚੀਕਾਂ ਮਾਰਨਗੇ। ਉਹਨਾਂ ਲਈ ਇੱਕ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਇਸ ਸਮੇਂ ਵਿੱਚ ਸੰਤਾਂ ਦਾ ਲਹੂ ਬਹਾਇਆ ਜਾਵੇਗਾ। ਇਹ ਸਮਾਂ ਉਹਨਾਂ ਸਭ ਲਈ ਜੋ ਉਸ ਸਮੇਂ ਜਿੰਦਾ ਹੋਣਗੇ ਨਿਰਾਸ਼ ਅਤੇ ਦੁੱਖ ਅਤੇ ਪੀੜਾ ਦਾ ਹੋਵੇਗਾ। ਇਸ ਹਫ਼ਤੇ ਮੈਂ ਸ਼ਾਸਤਰ ਨੂੰ ਗੌਰ ਨਾਲ ਪੜ੍ਹਿਆ ਅਤੇ ਕੰਬ ਉੱਠਿਆ ਕਿ ਮਸੀਹ ਵਿਰੋਧੀ 2/3 ਯਹੂਦੀਆਂ ਨੂੰ ਮਾਰ ਸੁੱਟੇਗਾ। ਪ੍ਰਕਾਸ਼ ਦੀ ਪੋਥੀ 13 ਅਧਿਆਇ 8 ਤੇ 9 ਵਚਨ, ਉਹ ਯਰੂਸ਼ਲਮ ਦੇ ਉੱਤੇ ਜਿੱਤ ਹਾਸਲ ਕਰ ਲਵੇਗਾ। ਜ਼ਕਰੀਆ 14 ਅਧਿਆਇ 1 ਤੇ 2 ਵਚਨ, ਉਹ ਬਹੁਤ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਜਾਨਵਰਾਂ ਦੀ ਤਰ੍ਹਾਂ ਵੱਢ ਸੁੱਟੇਗਾ। ਪ੍ਰਕਾਸ਼ ਦੀ ਪੋਥੀ 13 ਅਧਿਆਇ 7 ਤੋਂ 10 ਵਚਨ ਅਤੇ ਸ਼ਾਸਤਰ ਦੱਸਦਾ ਹੈ ਉਹ ਅਤ ਮਹਾਨ ਦੇ ਸੰਤਾਂ ਨੂੰ ਪਾੜ ਸੁੱਟੇਗਾ। ਤੁਸੀਂ ਪੁੱਛ ਸਕਦੇ ਹੋ ਉਹ ਕਿਸ ਤਰ੍ਹਾਂ ਪਾੜ ਸੁੱਟਣ ਜਾ ਰਿਹਾ ਹੈ? ਲੋਕਾਂ ਉੱਤੇ ਆਪਣਾ ਕਬਜ਼ਾ ਕਰਕੇ, ਸ਼ਾਇਦ ਆਰਥਿਕ ਦਬਾਅ ਬਣਾ ਕੇ। ਅਸੀਂ ਮੱਥੇ ਉੱਤੇ ਅਤੇ ਹੱਥ ਉੱਤੇ ਨਿਸ਼ਾਨ ਦੇ ਬਾਰੇ ਜਾਣਦੇ ਹਾਂ। ਉਹ ਕਈਆਂ ਨੂੰ ਭੁੱਖੇ ਰੱਖ ਕੇ ਮਾਰ ਸੁੱਟੇਗਾ। ਜਿਸ ਤਰ੍ਹਾਂ ਸਮਾਜਵਾਦੀ ਦੇਸ਼ ਵਿੱਚ ਪਰਮੇਸ਼ਰ ਦਾ ਉਪਦੇਸ਼ ਦੇਣ ਲਈ ਸਰਕਾਰ ਕੋਲੋਂ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ ਅਤੇ ਕਲੀਸਿਆ ਵਿੱਚ ਡੀਕਨ ਅਤੇ ਐਲਡਰ ਬਣਨ ਲਈ ਮਨੁੱਖਾਂ ਦੇ ਨਾਮ ਦੀ ਸੂਚੀ ਸਰਕਾਰ ਨੂੰ ਦੇਣੀ ਜ਼ਰੂਰੀ ਹੁੰਦੀ ਹੈ ਅਤੇ ਜੇ ਕਿਸੇ ਦੇ ਨਾਮ ਤੇ ਇਤਰਾਜ਼ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਨਿਯੁਕਤ ਨਹੀਂ ਕਰ ਸਕਦੇ। ਸੂਚੀ ਵਿੱਚੋਂ ਉਸ ਦਾ ਨਾਮ ਕੱਟ ਦਿੱਤਾ ਜਾਂਦਾ ਹੈ। ਠੀਕ ਇਸੇ ਤਰ੍ਹਾਂ ਹੀ ਅੰਤ ਸਮੇਂ ਵਿੱਚ ਉਹ ਨਿਰਦਈ ਮਨੁੱਖ ਕਰੇਗਾ। ਜਦ ਤੁਸੀਂ ਇਤਿਹਾਸ ਪੜ੍ਹਦੇ ਹੋ, ਮੈਂ ਕਦੇ ਵੀ ਆਪਣੇ ਜੀਵਨ ਵਿੱਚ ਇੰਨਾ ਇਤਿਹਾਸ ਬਾਰੇ ਨਹੀਂ ਪੜ੍ਹਿਆ ਜਿੰਨਾ ਹੁਣ ਦੇ ਸਮੇਂ ਵਿੱਚ, ਪਰ ਜਦ ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਤੁਸੀਂ ਇੱਕ ਵਿਅਕਤੀ ਐਂਟੀਓਕ ਐਪੀਫੈਨ ਦੇ ਬਾਰੇ ਪੜ੍ਹ ਸਕਦੇ ਹੋ ਜੋ ਮਸੀਹ ਵਿਰੋਧੀ ਦੀ ਤਰ੍ਹਾਂ ਹੀ ਸੀ ਅਤੇ ਸ਼ਾਸਤਰ ਸਾਫ਼ ਦੱਸਦਾ ਹੈ ਕਿ ਉਹ ਆਪਣੇ ਸਮੇਂ ਦਾ ਬਹੁਤ ਹੀ ਨਿਰਦਈ ਵਿਅਕਤੀ ਸੀ। ਇਸ ਹਫ਼ਤੇ ਮੈਂ ਉਸ ਦੇ ਜੀਵਨ ਦੇ ਬਾਰੇ ਪੜ੍ਹ ਰਿਹਾ ਸੀ ਕਿ ਇੱਕ ਦਿਨ ਕੁਝ ਯਹੂਦੀਆਂ ਨੂੰ
ਉਸਨੇ ਇੱਕ ਗੁਫਾ ਵਿੱਚ ਸਬਤ ਮਨਾਉਂਦੇ ਹੋਏ ਵੇਖਿਆ ਤਾਂ ਉਸਨੇ ਉਸ ਗੁਫਾ ਨੂੰ ਬਾਹਰੋਂ ਸੀਲ ਕਰ ਦਿੱਤਾ ਅਤੇ ਅੰਦਰ ਅੱਗ ਲਗਾ ਦਿੱਤੀ ਅਤੇ ਉਹ ਸਾਰੇ ਮਰ ਗਏ। ਇੱਕ ਵਾਰ ਦੋ ਮਾਵਾਂ ਆਪਣੇ ਬੱਚਿਆਂ ਨਾਲ ਅਤੇ ਉਹਨਾਂ ਦੇ ਬੱਚਿਆਂ ਨਾਲ ਯਹੂਦੀ ਸੰਸਕਾਰ ਮਨਾ ਰਹੀਆਂ ਸਨ ਤਾਂ ਉਸਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਛਾਤੀ ਅਤੇ ਗਰਦਨ ਨਾਲ ਬੰਨ੍ਹ ਕੇ ਪੂਰੇ ਸ਼ਹਿਰ ਵਿੱਚ ਘੁਮਾਇਆ ਅਤੇ ਦੀਵਾਰ ਦੇ ਕੋਲ ਲਿਜਾ ਕੇ ਉਹਨਾਂ ਨੂੰ ਸੁੱਟ ਦਿੱਤਾ ਅਤੇ ਉਹ ਪੂਰੇ ਸ਼ਹਿਰ ਦੇ ਸਾਹਮਣੇ ਮਰ ਗਏ। ਐਲੀਆਜੀ ਇੱਕ ਮਸ਼ਹੂਰ ਲੇਖਕ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂ ਜੋ ਉਸਨੇ ਸੂਰ ਦਾ ਮੀਟ ਖਾਣ ਲਈ ਮਨਾ ਕਰ ਦਿੱਤਾ ਸੀ। ਇਸ ਤਰ੍ਹਾਂ ਦੇ ਕਈ ਅਤਿਆਚਾਰ ਯਹੂਦੀਆਂ ਉੱਤੇ ਕੀਤੇ ਗਏ। ਇੱਕ ਮਾਂ ਨੂੰ ਜ਼ੋਰ ਜ਼ਬਰਦਸਤੀ ਵੇਖਣ ਲਈ ਮਜਬੂਰ ਕੀਤਾ ਗਿਆ ਜਦ ਉਸਦੇ 7 ਪੁੱਤਰਾਂ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਅਤੇ ਫਿਰ ਉਹਨਾਂ ਨੂੰ ਉਸਦੇ ਸਾਹਮਣੇ ਹੀ ਫਰਾਈ ਪੈਨ ਵਿੱਚ ਪਾ ਕੇ ਤਲਿਆ ਗਿਆ। ਇਸ ਤਰ੍ਹਾਂ ਦੇ ਕਈ ਜ਼ੁਲਮ ਯਹੂਦੀਆਂ ਉੱਤੇ ਐਂਟੀਓਕਸ ਨੇ ਐਪੀਫੈਨ ਨੇ ਕੀਤੇ ਜੋ ਸੰਸਾਰ ਦੇ ਇਤਿਹਾਸ ਵਿੱਚ ਪਹਿਲਾ ਵਿਅਕਤੀ ਸੀ ਜਿਸ ਨੇ ਲੋਕਾਂ ਉੱਤੇ ਉਹਨਾਂ ਦੇ ਧਾਰਮਿਕ ਵਿਸ਼ਵਾਸ ਦੇ ਕਾਰਨ ਉਹਨਾਂ ਨੂੰ ਜ਼ੁਲਮ ਸਹਿਣੇ ਪਏ। ਇਹ ਸਭ ਹੀ ਮਸੀਹ ਵਿਰੋਧੀ ਕਰੇਗਾ ਜਦ ਉਹ ਅੰਤ ਸਮੇਂ ਵਿੱਚ ਰਾਜ ਕਰੇਗਾ। ਉਹ ਇੱਕ ਕਲਾ ਕੌਸ਼ਲ ਵਿੱਚ ਨਿਪੁੰਨ ਅਗੁਆ ਹੋਵੇਗਾ, ਰਾਜਨੀਤੀ ਵਿੱਚ ਚਲਾਕ ਹੋਵੇਗਾ, ਉਹ ਧਾਰਮਿਕ ਅਗੁਆ ਹੋਵੇਗਾ ਅਤੇ ਜ਼ੁਲਮਦਾਰ ਸਾਰ ਹੋਵੇਗਾ। ਸਾਰ ਸ਼ਾਸਤਰ ਉਸ ਦੇ ਬਾਰੇ ਇਸ ਤਰ੍ਹਾਂ ਹੀ ਦੱਸਦਾ ਹੈ। ਅੱਜ ਦਾ ਸੰਦੇਸ਼ ਬੰਦ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ 3 ਚੀਜ਼ਾਂ ਨੂੰ ਵੰਡਣਾ ਚਾਹੁੰਦਾ ਹਾਂ। ਤੁਸੀਂ ਆਖ ਸਕਦੇ ਹੋ ਮੇਰੇ ਉੱਤੇ ਕੀ ਪ੍ਰਭਾਵ ਪਵੇਗਾ ਜੇ ਮੈਂ ਇਹਨਾਂ ਵਿੱਚੋਂ ਹੋ ਕੇ ਗੁਜ਼ਰ ਰਿਹਾ ਹਾਂ। ਮੇਰੇ ਕਹਿਣ ਦਾ ਮਤਲਬ ਹੈ ਜੇ ਮੈਂ ਕਲੇਸ਼ ਤੋਂ ਪਹਿਲਾਂ ਰੈਪਚਰ ਦੇ ਬਾਰੇ ਜਾਣਦਾ ਹਾਂ ਤਾਂ ਮੈਨੂੰ ਮਸੀਹ ਵਿਰੋਧੀ ਦੇ ਬਾਰੇ ਜਾਣਕਾਰੀ ਲੈਣ ਦੀ ਕੋਈ ਜ਼ਰੂਰਤ ਨਹੀਂ। ਇਸ ਬਾਰੇ ਮੈਂ ਤੁਹਾਨੂੰ 3 ਚੀਜ਼ਾਂ ਦੇਣ ਜਾ ਰਿਹਾ ਹਾਂ ਅਤੇ ਫਿਰ ਆਪਣਾ ਸੰਦੇਸ਼ ਬੰਦ ਕਰਦਾ ਹਾਂ। ਭਾਗ ਊੜਾ ਰੰਗਮੰਚ ਤਿਆਰ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲੀ ਚੀਜ਼ ਜੋ ਮੈਂ ਚਾਹੁੰਦਾ ਹਾਂ ਤੁਸੀਂ ਉਸ ਵੱਲ ਧਿਆਨ ਦਿਓ। ਪਹਿਲਾਂ ਤੋਂ ਹੀ ਮਸੀਹ ਵਿਰੋਧੀ ਦੇ ਆਉਣ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਤੁਸੀਂ ਬਾਈਬਲ ਪੜ੍ਹਦੇ ਹੋ ਅਤੇ ਅਖਬਾਰ ਪੜ੍ਹਦੇ ਹੋ ਅਤੇ ਤੁਸੀਂ ਵੇਖ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਵਰਲਡ ਵਾਰ ਵਿੱਚ ਜਰਮਨੀ ਦੀ ਬੁਰੀ ਆਰਥਿਕ ਹਾਲਤ ਨੇ ਹਿਟਲਰ ਨੂੰ ਤਾਕਤ ਦੇਣ ਦਾ ਕੰਮ ਕੀਤਾ ਸੀ। ਮੈਂ ਤੁਹਾਨੂੰ ਇਸ ਦੇ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ ਜੋ ਤੁਹਾਨੂੰ ਸਮਝਣ ਵਿੱਚ ਸਹਾਇਤਾ ਕਰੇਗੀ। ਮੇਰੇ ਕਹਿਣ ਦਾ ਮਤਲਬ ਹੈ ਵਰਲਡ ਵਾਰ ਦੇ ਬਾਅਦ ਜਰਮਨ ਦਾ ਖਜ਼ਾਨਾ ਸੋਨੇ ਵਿੱਚੋਂ ਬਹੁਤ ਘਟ ਗਿਆ ਸੀ। ਉਸ ਦੀ ਆਮਦਨ ਅਤੇ ਖਰਚ ਵਿੱਚ ਵੱਡਾ ਅੰਤਰ ਆ ਗਿਆ ਸੀ। ਉਸ ਦੇ ਮੁੰਦਰਾ ਪ੍ਰਸਾਰ ਦਾ ਸਰੂਪ ਵਿਗੜ ਗਿਆ ਸੀ। 1919 ਵਿੱਚ ਜਰਮਨ ਮਾਰਕ ਦੀ ਕੀਮਤ 25 ਸੈਂਟ ਹੋ ਗਈ ਸੀ। 4 ਸਾਲਾਂ ਦੇ ਵਿੱਚ ਹੀ ਉਸ ਦੀ ਕੀਮਤ ਬਹੁਤ ਹੇਠਾਂ ਆ ਗਈ ਸੀ। ਇਹ ਬਹੁਤ ਅਜੀਬ ਸੀ। ਜਰਮਨ ਦੇ ਵਿਚਲੇ ਵਰਗ ਦੇ ਲੋਕਾਂ ਨੇ ਆਪਣੀ ਬਚਤ ਪੂੰਜੀ ਨੂੰ ਗੁਆ ਦਿੱਤਾ ਸੀ। ਸੁਰੱਖਿਆ ਖਤਮ ਹੋ ਗਈ ਸੀ। ਉੱਥੇ ਦੇ ਲੋਕ ਕਿਸੇ ਵੀ ਦੁਰਜਨ ਵਿਅਕਤੀ ਨੂੰ ਸੁਣਨ ਲਈ ਤਿਆਰ ਸਨ ਤਾਂ ਕਿ ਕੋਈ ਵੀ ਉਹਨਾਂ ਦੀ ਸਮੱਸਿਆ ਨੂੰ ਹੱਲ ਕਰ ਦੇਵੇ। ਇਸ ਲਈ ਹਿਟਲਰ ਅੱਗੇ ਆਇਆ। ਲੈਨਿਨ ਨੇ ਇੱਕ ਮੌਕੇ ਤੇ ਆਖਿਆ ਸੀ ਕਿਸੇ ਨੂੰ ਡੇਗਣ ਦਾ ਪੱਕਾ ਤਰੀਕਾ ਹੈ ਕਿ ਮੁਦਰਾ ਪੂੰਜੀ ਦੀ ਹਾਲਤ ਵਿਗਾੜ ਦਿਓ ਤਾਂ ਕਿ ਸਮਾਜ ਵਿੱਚ ਉਥਲ ਪੁਥਲ ਹੋ ਜਾਏ। ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਤੁਸੀਂ ਕੀ ਸੋਚਦੇ ਹੋ ਜਦ ਇੱਕ ਕਲਾ ਕੌਸ਼ਲ ਨਿਪੁੰਨ ਅਗੁਆ ਜਗਤ ਦੇ ਪਰਦੇ ਤੇ ਆਵੇਗਾ ਅਤੇ ਆਖੇਗਾ ਮੇਰੇ ਕੋਲ ਆਰਥਿਕ ਦਬਾਅ ਦਾ ਉੱਤਰ ਹੈ। ਮੈਂ ਸੋਚਦਾ ਹਾਂ ਕਿ ਕੋਈ ਇਸ ਲਈ ਉਸ ਦੇ ਪਿੱਛੇ ਹੋ ਜਾਵੇਗਾ। ਮੈਨੂੰ ਇਹ ਕਹਿਣ ਵਿੱਚ ਦੁੱਖ ਲੱਗਦਾ ਹੈ ਪਰ ਮੈਂ ਜਾਣਦਾ ਹਾਂ ਕੁਝ ਮਸੀਹ ਲੋਕ ਉਸ ਦੇ ਪਿੱਛੇ ਲੱਗ ਜਾਣਗੇ। ਮੈਂ ਤੁਹਾਨੂੰ ਇਹ ਦੱਸ ਕੇ ਤੁਹਾਡੇ ਨਾਲ ਇਹ ਵੰਡਣਾ ਚਾਹੁੰਦਾ ਹਾਂ ਕਿ ਅੱਜ ਸੰਸਾਰ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ ਕਿ ਇਸ ਤਰ੍ਹਾਂ ਦੇ ਆਦਮੀਆਂ ਨੂੰ ਲਿਆਉਣ ਦਾ ਹਾਲਾਤ ਪੈਦਾ ਹੋ ਰਹੇ ਹਨ ਜਿਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਭਾਗ ਊੜਾ ਮਸੀਹਾਂ ਦੀ ਯੁੱਧ ਨੀਤੀ। ਹੁਣ ਮੈਂ ਦੂਜੀ ਚੀਜ਼ ਜੋ ਚਾਹੁੰਦਾ ਹਾਂ ਤੁਸੀਂ ਉਸ ਉੱਪਰ ਧਿਆਨ ਦੇਵੋ। ਮਸੀਹ ਲਈ ਫੌਜੀ ਸੂਝ ਇਹ ਹੈ ਕਿ ਉਹ ਮਸੀਹ ਵਿਰੋਧੀ ਵੱਲ ਧਿਆਨ ਨਾ ਦੇਣ। ਤੁਸੀਂ ਆਖ ਸਕਦੇ ਹੋ ਤੁਹਾਡਾ ਮਤਲਬ ਹੈ ਜੋ ਕੁਝ ਤੁਸੀਂ ਮੈਨੂੰ ਉਸ ਦੇ ਬਾਰੇ ਦੱਸਿਆ ਹੈ ਅਤੇ ਹੁਣ ਤੁਸੀਂ ਮੈਨੂੰ ਆਖਦੇ ਹੋ ਕਿ ਉਸ ਦੇ ਬਾਰੇ ਧਿਆਨ ਨਾ ਕਰੋ। ਠੀਕ ਹੈ, ਮੈਂ ਬਸ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਆਪਣੇ ਸਰੂਪ ਵਿੱਚ ਹੀ ਰਹਿਣ ਦਿਓ। ਬਾਈਬਲ ਵਿੱਚ ਮੈਂ ਕਿਤੇ ਵੀ ਨਹੀਂ ਪੜ੍ਹਿਆ ਕਿ ਮਸੀਹ ਹੋਣ ਦੇ ਨਾਤੇ ਮਸੀਹ ਵਿਰੋਧੀ ਦੇ ਬਾਰੇ ਧਿਆਨ ਕਰਾਂ, ਪਰ ਮੈਂ ਤੀਤਸ 2:13 ਵਿੱਚ ਇਹ ਜ਼ਰੂਰ ਪੜ੍ਹਿਆ ਹੈ ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖੀਏ। ਦੋਸਤੋ, ਮੈਂ ਮਸੀਹ ਵਿਰੋਧੀ ਦੀ ਇੰਤਜ਼ਾਰ ਵਿੱਚ ਨਹੀਂ ਹਾਂ। ਮੈਂ ਤਾਂ ਮਸੀਹ ਦੀ ਇੰਤਜ਼ਾਰ ਵਿੱਚ ਹਾਂ। ਜਦ ਮੈਂ ਉਸ ਦੇ ਪ੍ਰਗਟ ਹੋਣ ਦੀ ਨਿਸ਼ਾਨੀਆਂ ਨੂੰ ਵੇਖਾਂਗਾ ਤਾਂ ਮੈਂ ਆਪਣਾ ਧਿਆਨ ਯਿਸੂ ਮਸੀਹ ਵੱਲ ਹੀ ਲਗਾਈ ਰੱਖਾਂਗਾ ਜੋ ਆਉਣ ਵਾਲਾ ਰਾਜਾ ਹੈ ਅਤੇ ਮਨੁੱਖ ਜਾਤੀ ਨੂੰ ਬਚਾਉਣ ਵਾਲਾ ਹੈ।
ਤੁਸੀਂ ਜਾਣਦੇ ਹੋ ਮਸੀਹ ਵਿਰੋਧੀ ਨੂੰ ਅੱਜ ਵੀ ਜਿੰਦਾ ਹੋਣਾ ਚਾਹੀਦਾ ਹੈ ਅਤੇ ਪਹਿਲਾਂ ਤੋਂ ਹੀ ਰਾਜਨੀਤੀ ਦਾ ਸਹਾਰਾ ਲੈ ਰਿਹਾ ਹੈ। ਪਰਮੇਸ਼ਰ ਨੇ ਮੈਨੂੰ ਮਸੀਹ ਦੇ ਆਉਣ ਦੇ ਬਾਰੇ ਦੋ ਚੀਜ਼ਾਂ ਨੂੰ ਦੱਸਿਆ ਹੈ। ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਹ ਦੋ ਚੀਜ਼ਾਂ ਕੀ ਹਨ? ਉਹ ਬੜੀਆਂ ਸਧਾਰਨ ਹਨ। ਪਹਿਲੀ ਹੈ, ਜਦ ਤੱਕ ਮੈਂ ਨਾ ਆਵਾਂ ਤੁਸੀਂ ਵੰਡ ਵਪਾਰ ਕਰੋ। ਲੂਕਾ 19:13 ਇਸ ਦਾ ਅਰਥ ਹੈ ਪਹਿਲੀ ਚੀਜ਼ ਜੋ ਮੈਂ ਕਰਨੀ ਹੈ ਕੰਮ, ਅਤੇ ਇਸ ਦੇ ਬਾਅਦ ਫਿਰ ਮੱਤੀ 25:13 ਦੱਸਦਾ ਹੈ ਜਾਗਦੇ ਰਹੋ। ਇਸ ਲਈ ਮੈਨੂੰ ਜੋ ਕਰਨਾ ਹੈ ਉਹ ਇਹ ਹੈ ਕਿ ਮੈਂ ਮਸੀਹ ਦਾ ਇੰਤਜ਼ਾਰ ਕਰਾਂ। ਇਹ ਹੀ ਮੇਰਾ ਕੰਮ ਹੈ ਅਤੇ ਇਸ ਲਈ ਜਾਗਦੇ ਰਹਿਣਾ ਹੈ। ਅਤੇ ਜਦ ਮੈਂ ਵੇਖਦਾ ਹਾਂ ਕਿ ਉਹ ਚੀਜ਼ਾਂ ਹੋ ਰਹੀਆਂ ਹਨ ਜੋ ਦੱਸਦੀਆਂ ਹਨ ਕਿ ਮਸੀਹ ਵਿਰੋਧੀ ਆ ਰਿਹਾ ਹੈ, ਤਾਂ ਮੇਰਾ ਧਿਆਨ ਮਸੀਹ ਦੇ ਆਉਣ ਵੱਲ ਲੱਗ ਜਾਣਾ ਚਾਹੀਦਾ ਹੈ। ਇਹ ਹੀ ਮੇਰਾ ਕੰਮ ਹੈ ਅਤੇ ਇਸ ਦੇ ਬਾਰੇ ਮੈਂ ਜਾਗਦੇ ਰਹਿਣਾ ਹੈ। ਭਾਗ ਈੜੀ, ਮਸੀਹ ਵਿਰੋਧੀ ਦਾ ਆਤਮਾ। ਹੁਣ ਮੈਂ ਤੁਹਾਨੂੰ ਤੀਸਰੀ ਚੀਜ਼ ਦੇਣਾ ਚਾਹੁੰਦਾ ਹਾਂ। ਮਸੀਹ ਵਿਰੋਧੀ ਦੇ ਆਉਣ ਦੇ ਹਾਲਾਤ ਪੈਦਾ ਹੋ ਰਹੇ ਹਨ ਅਤੇ ਫੌਜੀ ਸੂਝ ਇਹ ਹੈ ਕਿ ਉਸ ਦਾ ਇੰਤਜ਼ਾਰ ਨਾ ਕਰੀਏ, ਪਰ ਆਪਣੇ ਮਸੀਹ ਵੱਲ ਆਪਣੀਆਂ ਨਜ਼ਰਾਂ ਲਗਾਈ ਰੱਖੀਏ। ਅਤੇ ਤੀਸਰੀ ਚੀਜ਼ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਬਾਈਬਲ ਦੱਸਦੀ ਹੈ ਕਿ ਮਸੀਹ ਵਿਰੋਧੀ ਪਹਿਲਾਂ ਤੋਂ ਹੀ ਇੱਥੇ ਹੈ। ਪਹਿਲਾ ਯੂਹੰਨਾ ਦੀ ਕਿਤਾਬ ਵਿੱਚ ਸਾਨੂੰ ਦੱਸਿਆ ਗਿਆ ਹੈ ਕਿਉਂ ਜੋ ਬਹਾਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ, ਜੋ ਯਿਸੂ ਮਸੀਹ ਹੋਣ ਤੋਂ ਇਨਕਾਰ ਕਰਦੇ ਹਨ। ਉਹ ਧੋਖੇਬਾਜ਼ ਹਨ ਅਤੇ ਨਕਲੀ ਮਸੀਹੀ ਹਨ। ਮਸੀਹ ਵਿਰੋਧੀ ਇਹੀ ਹਨ। ਪਹਿਲਾ ਯੂਹੰਨਾ 2:18-19 ਵਿੱਚ ਅਸੀਂ ਪੜ੍ਹਦੇ ਹਾਂ, ਹੇ ਬਾਲਕੋ, ਇਹ ਅੰਤ ਦੇ ਸਮੇਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਭਾਈ ਮਸੀਹ ਦਾ ਵਿਰੋਧੀ ਆਉਂਦਾ ਹੈ, ਸੋ ਹੁਣ ਵੀ ਮਸੀਹ ਦੇ ਵਿਰੋਧੀ ਬਹਾਲੇ ਉੱਠੇ ਹੋਏ ਹਨ। ਜੇ ਸੋ ਅਸੀਂ ਜਾਣਦੇ ਹਾਂ ਭਾਈ ਇਹ ਅੰਤ ਦਾ ਸਮੇਂ ਹੈ। ਕਈ ਅਗੁਏ ਜੋ ਧਰਮ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਕਹਿੰਦੇ ਹਨ ਕਿ ਯੂਹੰਨਾ ਨੇ ਠੀਕ ਹੀ ਕਿਹਾ ਹੈ। ਮਸੀਹ ਵਿਰੋਧੀ ਦਾ ਆਤਮਾ ਅੱਜ ਜਗਤ ਵਿੱਚ ਹਰੇਕ ਜਗ੍ਹਾ ਤੇ ਹੈ। ਮਸੀਹ ਦਾ ਬੋਲਬਾਲਾ ਜਗਤ ਵਿੱਚ ਹਰੇਕ ਜਗ੍ਹਾ ਤੇ ਹੈ। ਕੁਝ ਸਮੇਂ ਪਹਿਲੇ ਮੈਂ ਲਾਸ ਐਂਜਲ ਦੇ ਅਖਬਾਰ ਵਿੱਚ ਇੱਕ ਵੱਡੀ ਖਬਰ ਪੜ੍ਹੀ ਜਿਸ ਵਿੱਚ ਲਿਖਿਆ ਹੋਇਆ ਸੀ ਮਸੀਹ ਆ ਗਿਆ ਹੈ ਅਤੇ ਉਹ ਲਾਸ ਐਂਜਲ ਵਿੱਚ ਹੈ। ਇਹ ਖਬਰ ਟੀਵੀ ਵਿੱਚ ਵੀ ਵਿਖਾਈ ਗਈ ਸੀ। ਹਰੇਕ ਜਗ੍ਹਾ ਝੂਠੇ ਮਸੀਹ ਦਾ ਬੋਲਬਾਲਾ ਹਰੇਕ ਜਗ੍ਹਾ ਤੇ ਹੈ। ਬਾਈਬਲ ਦੱਸਦੀ ਹੈ ਮਸੀਹ ਵਿਰੋਧੀ ਦਾ ਆਤਮਾ ਕਿੱਥੇ ਹੈ। ਤੁਸੀਂ ਆਖ ਸਕਦੇ ਹੋ ਪਾਸਟਰ ਜਰਮੀਆ ਮੈਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਚੌਕਸੀ ਵਰਤਣ ਲਈ ਹੁਸ਼ਿਆਰ ਕਰੀਏ ਕਿ ਉਹ ਇਸ ਰਹੱਸ ਨੂੰ ਸਮਝ ਸਕਣ ਕਿਉਂ ਜੋ ਮਸੀਹ ਵਿਰੋਧੀ ਦਾ ਆਤਮਾ ਇੱਥੇ ਹੈ, ਉਹ ਨਵੇਂ ਨੇਮ ਦੇ ਸਮੇਂ ਵੀ ਹੈ। ਮੈਂ ਇਹ ਜਾਣ ਕੇ ਖੁਸ਼ੀ ਨਾਲ ਭਰ ਜਾਂਦਾ ਹਾਂ ਕਿ ਹਰੇਕ ਚੀਜ਼ ਉੱਪਰ ਪਰਮੇਸ਼ਰ ਦਾ ਅਧਿਕਾਰ ਹੈ। ਜਦ ਹਰੇਕ ਚੀਜ਼ ਪਰਮੇਸ਼ਰ ਦੇ ਵੱਸ ਵਿੱਚ ਹੈ ਤਾਂ ਮੈਂ ਵੀ ਉਸ ਦੇ ਵੱਸ ਵਿੱਚ ਹਾਂ। ਮੈਂ ਵੀ ਉਸ ਦੀ ਯੋਜਨਾ ਦਾ ਇੱਕ ਹਿੱਸਾ ਹਾਂ। ਉਹ ਮੇਰੇ ਤੇ ਅਤੇ ਮਸੀਹ ਵਿਰੋਧੀ ਦੋਹਾਂ ਤੇ ਆਪਣਾ ਅਧਿਕਾਰ ਰੱਖਦਾ ਹੈ। ਕਿਸੇ ਵੀ ਦਿਨ ਤੁਰੀ ਫੂਕੀ ਜਾਏਗੀ ਅਤੇ ਆਵਾਜ਼ ਸੁਣੀ ਜਾਏਗੀ। ਸਾਨੂੰ ਫੜ ਲਿਆ ਜਾਵੇਗਾ, ਚੁੱਕ ਲਿਆ ਜਾਵੇਗਾ ਤਾਂ ਕਿ ਅਸੀਂ ਉਸ ਮਹਾਨ ਨੂੰ ਮਿਲ ਲਈਏ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਏ ਦੀ 15 ਆਇਤ ਤੋਂ ਲੈ ਕੇ 28 ਆਇਤਾਂ ਦੇ ਵਚਨਾਂ ਤੋਂ ਸਿੱਖ ਰਹੇ ਸੀ। ਅਸੀਂ ਮਸੀਹ ਵਿਰੋਧੀ ਦੇ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਸੀ। ਅਸੀਂ ਜਾਣਿਆ ਕਿ ਮਸੀਹ ਵਿਰੋਧੀ ਇੱਕ ਚਲਾਕ ਆਗੂ ਹੋਏਗਾ। ਇਹ ਮਨੁੱਖ ਇਤਿਹਾਸ ਦੀ ਅਜਿਹੀ ਰਾਜਨੀਤੀ ਵਿੱਚ ਮਾਹਿਰ ਹੋਏਗਾ ਜੋ ਅੱਜ ਤੱਕ ਪੈਦਾ ਨਹੀਂ ਹੋਈ ਹੈ। ਉਹ ਆਪਣੀ ਚਲਾਕੀ ਅਤੇ ਬੁੱਧੀ ਨਾਲ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਏਗਾ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਮਸੀਹ ਵਿਰੋਧੀ ਇੱਕ ਧਾਰਮਿਕ ਪੂਜਾ ਵਿਧੀ ਦਾ ਆਗੂ ਹੋਏਗਾ। ਉਹ ਅਤ ਮਹਾਨ ਪਰਮੇਸ਼ਰ ਦੇ ਖਿਲਾਫ ਬੋਲੇਗਾ ਅਤੇ ਆਪਣੇ ਆਪ ਨੂੰ ਪਰਮੇਸ਼ਰ ਦੀ ਥਾਂ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਜਗਤ ਦੇ ਨੈਤਿਕ ਅਤੇ ਕੁਦਰਤੀ ਨਿਯਮਾਂ ਨੂੰ ਬਦਲੇਗਾ ਅਤੇ ਸਮੇਂ ਦੇ ਨਾਲ ਛੇੜਛਾੜ ਕਰੇਗਾ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕੈਲੰਡਰ ਦੇ ਵਿੱਚ ਵੀ ਉਹ ਛੇੜਛਾੜ ਕਰੇਗਾ। ਉਹ ਧਾਰਮਿਕ ਤਿਉਹਾਰ ਨੂੰ ਵੀ ਬਦਲ ਦੇਵੇਗਾ। ਮਸੀਹ ਵਿਰੋਧੀ ਵੱਡੇ ਚਮਤਕਾਰ ਕਰੇਗਾ। ਉਹ ਲੋਕਾਂ ਨੂੰ ਚੰਗਿਆਈ ਦੇਵੇਗਾ ਔਰ ਇੱਥੋਂ ਤੱਕ ਕਿ ਮੁਰਦਿਆਂ ਨੂੰ ਵੀ ਜਿਉਂਦਾ ਕਰੇਗਾ। ਦੋਸਤੋ, ਮਸੀਹ ਵਿਰੋਧੀ ਉਹ ਸਾਰੇ ਕੰਮਕਾਰ ਕਰੇਗਾ ਜੋ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਸਵਰਗ ਜਾਣ ਤੋਂ ਬਾਅਦ ਕਿਸੇ ਨੇ ਨਹੀਂ ਕੀਤੇ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਮਸੀਹ ਵਿਰੋਧੀ ਇੱਕ ਜ਼ਾਲਿਮ ਆਗੂ ਹੋਏਗਾ। ਬਾਈਬਲ ਬਾਣੀ ਦੱਸਦੀ ਹੈ ਕਿ ਉਹ ਅਤ ਮਹਾਨ ਦੇ ਸੰਤਾਂ ਨੂੰ ਦੁੱਖ ਦੇਵੇਗਾ। ਉਸ ਸਮੇਂ ਦੇ ਵਿਸ਼ਵਾਸੀਆਂ ਦੇ ਜੀਵਨ ਮੁਸ਼ਕਿਲ ਦੇ ਵਿੱਚ
ਪੈ ਜਾਣਗੇ। ਮਸੀਹ ਵਿਰੋਧੀ ਦਾ ਅਤਿਆਚਾਰ ਇੰਨਾ ਜ਼ਿਆਦਾ ਵੱਧ ਜਾਏਗਾ ਕਿ ਬਹੁਤ ਸਾਰੇ ਮਸੀਹੀ ਵਿਸ਼ਵਾਸੀ ਸ਼ਹੀਦ ਹੋ ਜਾਣਗੇ। ਇਹ ਸਮਾਂ ਦੁੱਖ ਅਤੇ ਪੀੜਾ ਦਾ ਹੋਏਗਾ। ਉਹ ਯਰੂਸ਼ਲਮ ਦੇ ਉੱਤੇ ਜਿੱਤ ਪ੍ਰਾਪਤ ਕਰੇਗਾ ਅਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੂੰ ਜਾਨਵਰਾਂ ਵਾਂਗ ਵੱਢ ਕੇ ਮਾਰ ਸੁੱਟੇਗਾ। ਦੋਸਤੋ, ਕਲਪਨਾ ਕਰੋ ਕਿ ਜੇਕਰ ਤੁਸੀਂ ਇਸ ਹਾਲਾਤਾਂ ਦੇ ਵਿੱਚ ਗੁਜ਼ਰੋਗੇ ਤਾਂ ਤੁਸੀਂ ਕੀ ਕਰੋਗੇ। ਦੋਸਤੋ, ਸਾਨੂੰ ਮਸੀਹ ਵਿਰੋਧੀ ਦੇ ਆਉਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਬਲਕਿ ਪ੍ਰਭੂ ਯਿਸੂ ਮਸੀਹ ਜੀ ਦੇ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਹੀ ਸਦਾ ਕਾਲ ਦਾ ਰਾਜਾ ਹੈ ਅਤੇ ਉਹੀ ਸਾਡਾ ਮੁਕਤੀਦਾਤਾ ਹੈ। ਉਹੀ ਸਾਨੂੰ ਅਜਿਹੇ ਸੰਕਟ ਕਾਲ ਵਿੱਚੋਂ ਬਾਹਰ ਕੱਢ ਸਕਦਾ ਹੈ। ਉਹ ਸੰਸਾਰ ਦਾ ਨਿਆਂ ਕਰਨ ਨੂੰ ਆਏਗਾ। ਉਹੀ ਮਸੀਹ ਵਿਰੋਧੀ ਦਾ ਨਾਸ਼ ਕਰੇਗਾ ਅਤੇ ਉਸ ਨੂੰ ਨਰਕ ਦੀ ਅੱਗ ਵਿੱਚ ਹਮੇਸ਼ਾ ਦੇ ਲਈ ਮਰਨ ਦੇ ਲਈ ਸੁੱਟ ਦੇਵੇਗਾ। ਸੋ ਦੋਸਤੋ, ਪ੍ਰਭੂ ਯਿਸੂ ਜੀ ਦੇ ਉੱਤੇ ਵਿਸ਼ਵਾਸ ਕਰੋ। ਬਾਈਬਲ ਬਾਣੀ ਦੱਸਦੀ ਹੈ ਕਿ ਜਦੋਂ ਯਿਸੂ ਮਸੀਹ ਜੀ ਬੱਦਲਾਂ ਤੇ ਵਾਪਸ ਆਣਗੇ ਤਾਂ ਹਰੇਕ ਅੱਖ ਉਹਨਾਂ ਨੂੰ ਵੇਖੇਗੀ, ਹਰੇਕ ਘੁਟਨਾ ਉਹਨਾਂ ਦੇ ਅੱਗੇ ਝੁਕੇਗਾ ਅਤੇ ਹਰੇਕ ਜੀਭ ਇਹ ਅੰਗੀਕਾਰ ਕਰੇਗੀ ਕਿ ਯਿਸੂ ਹੀ ਪ੍ਰਭੂ ਹੈ। ਦੋਸਤੋ, ਹੁਣ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮੇਂ ਹੋ ਗਿਆ। ਸਾਨੂੰ ਹੁਣ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪ੍ਰਭੂ, ਅੱਜ ਦੇ ਅੱਛੇ ਕਲਾਮ ਵਾਸਤੇ। ਪਿਤਾ, ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੀ ਅਗਵਾਈ ਕੀਤੀ, ਸਾਨੂੰ ਬਰਕਤ ਦਿੱਤੀ, ਤੁਹਾਡਾ ਧੰਨਵਾਦ। ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਮਸੀਹ ਵਿਰੋਧੀ ਦੇ ਬਾਰੇ ਜਾਣਕਾਰੀ ਦਿੱਤੀ, ਤੁਹਾਡਾ ਧੰਨਵਾਦ। ਪ੍ਰਭੂ ਜੀ, ਅਸੀਂ ਇਸ ਸਿੱਖਿਆ ਨੂੰ ਜਦ ਲੈ ਰਹੇ ਹਾਂ ਤਾਂ ਸਾਡੇ ਮਨ ਵਿਚਲਿਤ ਨਾ ਹੋਣ ਕਿ ਮਸੀਹ ਵਿਰੋਧੀ ਕਿੰਨਾ ਵੱਡਾ ਸ਼ੈਤਾਨ ਹੈ, ਕਿੰਨੀ ਵੱਡੀ ਪ੍ਰਭੂ ਜੀ ਉਹ ਗਲਤੀਆਂ ਕਰਦਾ ਹੈ, ਕਿੰਨੀ ਵੱਡੀ ਪ੍ਰਭੂ ਜੀ ਸਤਾਵਟ ਉਸ ਸਮੇਂ ਤੇਰੇ ਵਿਸ਼ਵਾਸੀਆਂ ਦੇ ਉੱਤੇ ਹੋਣਗੀ। ਪਿਆਰੇ ਪਿਤਾ ਪਰਮੇਸ਼ਰ, ਬਲਕਿ ਉਹ ਇਸ ਵਿਸ਼ਵਾਸ ਤੇ ਪ੍ਰਭੂ ਜੀ ਆਪਣੇ ਜੀਵਨ ਨੂੰ ਨਿਰਭਰ ਕਰਨ, ਇਸ ਵਿਸ਼ਵਾਸ ਨੂੰ ਲੈਣ ਕਿ ਪ੍ਰਭੂ ਜੀ ਮਸੀਹ ਵਿਰੋਧੀ ਤੋਂ ਵੱਡਾ ਰਾਜਾ ਯਿਸੂ ਮਸੀਹ ਤੁਸੀਂ ਆਪ ਹੋ, ਜੋ ਇੱਕ ਦਿਨ ਇਸ ਧਰਤੀ ਤੇ ਰਾਜ ਕਰੋਗੇ ਔਰ ਮਸੀਹ ਵਿਰੋਧੀ ਦਾ ਹਮੇਸ਼ਾ ਲਈ ਖਾਤਮਾ ਕਰੋਗੇ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ, ਅੱਜ ਦੇ ਇਸ ਅੱਛੇ ਵਚਨ ਦੇ ਅਨੁਸਾਰ, ਇਸ ਵਚਨ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਤੇ ਬਰਕਤ ਦਿਓ। ਔਰ ਪ੍ਰਭੂ ਜੀ, ਪ੍ਰਾਰਥਨਾ ਕਰਦੇ ਹਾਂ ਪ੍ਰਭੂ, ਇਹ ਵਚਨ ਸਾਡੇ ਦਿਲਾਂ ਵਿੱਚ ਪੂਰੀ ਤਰ੍ਹਾਂ ਨਕਸ਼ ਹੋ ਜਾਏ ਤਾਂ ਕਿ ਕੋਈ ਵੀ ਇਸ ਵਚਨ ਨੂੰ ਚੁਰਾਉਣ ਦੀ ਕੋਸ਼ਿਸ਼ ਨਾ ਕਰ ਸਕੇ। ਸਾਡੀ ਇਸ ਪ੍ਰਾਰਥਨਾ ਨੂੰ ਸੁਣ ਲਓ। ਤੁਹਾਡੇ ਬੇਟੇ ਆਪਣੇ ਉद्धारकर्ता ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।